गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो अपन गुरबाणी गुरु विच गुरु साहिबाना ने भगतां ने गुरसिखां ने सतगुरु गुरु नानक पातशाह ने उपदेश बख्शिश गीत जिन्ना भी उपदेश दिता जा रहा है सारा साडे मन नूं उपदेश दिता जांदा, अपने मन नूं समझाया जांदा भी हुण तैनूं ये मौका है, तैनूं वारी मिली है मानस जामे विच अकाल पुरख परमेश्वर दे नाल मिलाप करन वास्ते। हुण वेला है, हुण असीं मिल सकदे रमाउंदे ने। सुण मन मित्र प्यारे आ, मिल वेला है ही मन नूं समझाउंदे भी मित्र हुण ही वेला है, हुण ही मौका है, हुण तूं मिल सकदा। होर किसी आकार दे विच सानूं ये मौका, सानूं ये वेला, सानूं ये वारी नहीं दिती जाती। सिर्फ एक मानस जमाई जिहदे विच सानूं ये मौका दिता जाता। जदों असीं होरां आकारां दे विच जूनां दे विच हुंदे सानूं फिर उदों भरोसा दवाया जाता भी एक बार तुहानूं मौका, तुहानूं वारी दिती जाएगी, उदों तुसीं आपदा जिहड़ा जन्म मरण दा गेड़ इहनूं खत्म कर सकदे। तुहानूं एक बार वारी दिती जाएगी भी तुसीं सदा वास्ते उदों अमर हो सकदे, तुसीं ये जूनां दे विचों निकल सकदे, जन्म मरण दे गेड़ दे विच। हुण वो मौका, वो सानूं हुण वारी मिल गई भी हुण असीं इथों निकल सकदे आवागुण दे चक्कर दे विच।
ਸਾਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਜਿਹੜਾ ਮੌਕਾ, ਇਹ ਜਿਹੜੀ ਵਾਰੀ ਹੈ ਇੱਕੋ ਵਾਰੀ ਮਿਲਦੀ, ਵਾਰ-ਵਾਰ ਮਿਲਦੀ ਨਹੀਂ। ਇੱਕ ਵਾਰ ਸਾਡੇ ਹੱਥੋਂ ਵੇਲਾ ਲੰਘਿਆ ਹੋਇਆ, ਮੁੜ ਕੇ ਦੁਬਾਰਾ ਹੱਥ 'ਚ ਆਉਂਦਾ ਨਹੀਂ। ਮਹਾਰਾਜ ਇਸ ਲਈ ਸਾਨੂੰ ਕਹਿੰਦੇ ਵੀ ਇਹ ਮਾਨਸ ਜਾਮਾ ਬੜਾ ਦੁਰਲੰਭ ਹੈ, ਬੜਾ ਔਖਾ ਹੈ। ਬਈ ਇੱਕ ਵਾਰ ਮਿਲਦਾ, ਦੁਬਾਰਾ ਮਿਲਦਾ ਨਹੀਂ। ਬਈ ਜਿਵੇਂ ਜੰਗਲ ਦੇ ਵਿੱਚ ਦਰਖਤ ਹੈ, ਉਹਨੂੰ ਫਲ ਲੱਗਦਾ, ਫਲ ਟੁੱਟ ਕੇ ਟਾਹਣੀ ਨਾਲੋਂ ਥੱਲੇ ਡਿੱਗ ਪਿਆ, ਔਰ ਉਹ ਦੁਬਾਰਾ ਦਰਖਤ ਦੇ ਨਾਲ ਜੁੜਦਾ ਨਹੀਂ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਸਾਨੂੰ ਵੀ ਦੱਸਦੇ ਮਾਨਸ ਜਾਮਾ ਵੀ ਇੱਕ ਵਾਰ ਅਸੀਂ ਇਸੋਂ ਛੁੱਟ ਕੇ, ਇੱਕ ਵਾਰ ਸਾਡੇ ਹੱਥੋਂ ਨਿਕਲਿਆ, ਮੁੜ ਕੇ ਦੁਬਾਰਾ ਮਿਲਣਾ ਨਹੀਂ। ਮਹਾਰਾਜ ਫਰਮਾਉਂਦੇ, ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੇ, ਬੌਰ ਨਾ ਲਾਗੇ ਡਾਰ। ਬਈ ਜਿਵੇਂ ਉਹ ਦਰਖਤ ਦੇ ਨਾਲ ਦੁਬਾਰਾ ਫਲ ਨਹੀਂ ਲੱਗਦਾ, ਇਸੇ ਤਰ੍ਹਾਂ ਹੀ ਇਹ ਸਾਨੂੰ ਮਾਨਸ ਜਾਮਾ ਦੁਬਾਰਾ ਮਿਲਦਾ ਨਹੀਂ। ਅੱਗੇ ਹੀ ਅਸੀਂ ਕਈ ਯੁੱਗ ਲੰਘ ਗਏ, ਸਾਨੂੰ ਇਹ ਖੇਲ ਨੂੰ ਹਾਰਦਿਆਂ ਵੀ ਸਾਨੂੰ ਕਿਤੇ ਮੌਕਾ ਵਾਰੀ ਮਿਲੇ ਤੇ ਅਸੀਂ ਇਹ ਖੇਲ ਨੂੰ ਜਿੱਤ ਸਕੀਏ। ਮਹਾਰਾਜ ਇਸ ਲਈ ਫਰਮਾਉਂਦੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ। ਮਹਾਰਾਜ ਕਹਿੰਦੇ ਵੀ ਅੱਗੇ ਤਾਂ ਕਈ ਯੁੱਗ ਲੰਘ ਗਏ, ਸਾਨੂੰ ਹੋਰਾਂ ਆਕਾਰਾਂ ਦੇ ਵਿੱਚ, ਜੂਨਾਂ ਦੇ ਵਿੱਚ ਫਿਰਦੇ ਹੁਣ ਸਾਨੂੰ ਇਹ ਮੌਕਾ ਵਾਰੀ ਮਿਲੀ, ਹੁਣ ਕਿਉਂ ਨਹੀਂ ਸਿਮਰਨ ਕਰਦੇ? ਹੁਣ ਕਿਉਂ ਨਹੀਂ ਗੁਰੂ ਦਾ ਆਖਿਆ ਮੰਨਦੇ ਵੀ ਹੁਣ ਵੇਲਾ, ਹੁਣ ਮੌਕਾ ਹੈ? ਬੇਨਤੀਆਂ ਤਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ, ਗੁਰੂ ਸਾਹਿਬਾਨਾਂ ਨੂੰ, ਪਰਮਾਤਮਾ ਅਕਾਲ ਪੁਰਖ, ਪਰ ਉਲਟਾ ਗੁਰਮੁਖ ਗੁਰੂ ਸਾਹਿਬ ਸਾਨੂੰ ਬੇਨਤੀਆਂ ਕਰਦੇ, ਸਾਡੇ ਮਨ ਨੂੰ ਬੇਨਤੀ ਕਰਦੀ ਬਈ ਹੁਣ ਵੇਲਾ, ਹੁਣ ਤੂੰ ਮਿਲ ਸਕਦਾ, ਹੁਣ ਤੂੰ ਟਹਿਲ ਕਮਾ ਸਕਦਾ ਸੰਤਾਂ ਦੀ, ਹੁਣ ਤੂੰ ਸੰਤਾਂ ਦਾ ਸੰਗ ਕਰਕੇ ਤੂੰ ਆਪਦੇ ਜੀਵਨ ਦਾ ਲਾਹਾ ਖੱਟ ਸਕਦਾ। ਜੇ ਜੋ ਲਾਹਾ ਖੱਟੇਗਾ ਤੂੰ ਇਸੇ ਵੀ ਸੁਖੀ ਰਹੇਗਾ ਤੇ ਤੇਰਾ ਅੱਗਾ ਵੀ ਸਹੇਲਾ ਹੋ ਜਾਏਗਾ। ਮਹਾਰਾਜ ਇਸ ਲਈ ਰੋਜ਼ ਫਰਮਾਉਂਦੇ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਵਸਣ ਸਹੇਲਾ। ਬਈ ਹੁਣ ਵੇਲਾ ਇਹ ਸੰਤਾਂ ਦੀ ਟਹਿਲ ਦਾ। ਸੰਤਾਂ ਦੀ ਟਹਿਲ ਕੀ ਹੁੰਦੀ? ਸੰਤਾਂ ਦੀ ਸੇਵਾ। ਸੰਤਾਂ ਦੀ ਸੇਵਾ ਕਿਵੇਂ ਹੁੰਦੀ, ਕਿਵੇਂ ਕੀਤੀ ਜਾਂਦੀ ਸੰਤਾਂ ਦੀ ਸੇਵਾ? ਸੰਤਾਂ ਦੀ ਸੇਵਾ ਹੁੰਦੀ ਸਿਮਰਨ ਕਰ, ਸੰਤਾਂ ਦੀ ਸੇਵਾ ਹੁੰਦੀ ਪਰਮਾਤਮਾ ਦਾ ਨਾਮ ਜਪਣਾ, ਇਹ ਸੰਤਾਂ ਦੀ ਸੇਵਾ ਹੈ। ਮਹਾਰਾਜ ਕਹਿੰਦੇ ਸੰਤ ਕੀ ਸੇਵਾ ਨਾਮ ਤੇ ਆਈਏ। ਵੀ ਸੰਤਾਂ ਦੀ ਟਹਿਲ ਕੀ ਹੈ? ਪਰਮਾਤਮਾ ਦਾ ਨਾਮ ਜਪਣ। ਸੰਤਾਂ ਨੇ ਹੋਰ ਨਹੀਂ ਸਾਤੋਂ ਕੁਛ ਕਰਾਉਣਾ ਹੁੰਦਾ, ਉਹਨਾਂ ਨੇ ਸਾਨੂੰ ਇਹੋ ਕਹਿਣਾ ਹੁੰਦਾ ਵੀ ਸਿਮਰਨ ਕਰ। ਜਦੋਂ ਅਸੀਂ ਸੰਤਾਂ ਦਾ ਸੰਗ ਕਰਦੇ, ਉਹਨਾਂ ਦਾ ਅਸੀਂ ਇਹ ਬਚਨ ਮੰਨਾਂਗੇ, ਉਹਨਾਂ ਦੀ ਸੇਵਾ। ਸੰਤਾਂ ਦਾ ਬਚਨ ਮੰਨਣਾ ਉਹਨਾਂ ਦੀ ਸੇਵਾ ਹੈ, ਪਰਮਾਤਮਾ ਦਾ ਸਿਮਰਨ ਕਰਨਾ ਇਹ ਸੰਤਾਂ ਦੀ ਸੇਵਾ ਹੈ। ਇਹ ਆਪਾਂ ਨੂੰ ਕਹਿੰਦੇ ਵੀ ਹੁਣ ਹੀ ਮੌਕਾ, ਹੁਣ ਤੁਸੀਂ ਟਹਿਲ ਕਮਾ ਸਕਦੇ ਸੰਤਾਂ ਦੀ, ਕਿਉਂਕਿ ਹੁਣ ਸਾਨੂੰ ਵਾਰੀ ਮਿਲੀ, ਹੁਣ ਅਸੀਂ ਸਿਮਰਨ ਭਗਤੀ ਕਰ ਸਕਦੇ ਹਾਂ। ਹੋਰ ਕਿਸੇ ਜੂਨ ਦੇ ਵਿੱਚ ਨਹੀਂ ਵੀ ਉਹ ਸੰਤਾਂ ਦੀ ਟਹਿਲ ਕਮਾ ਲੈਣ, ਹੋਰ ਕਿਸੇ ਆਕਾਰ ਦੇ ਵਿੱਚ ਉਹਨਾਂ ਨੂੰ ਇਹ ਮੌਕਾ ਨਹੀਂ ਵੀ ਉਹ ਸੰਤਾਂ ਦਾ ਸੰਗ ਕਰਕੇ
ਉਹਨਾਂ ਦੀ ਸੇਵਾ ਕਰ ਸਕਣ, ਵੀ ਉਹ ਸਿਮਰਨ ਭਗਤੀ ਕਰ ਸਕਣ। ਸਿਰਫ ਆਪਾਂ ਨੂੰ ਹੀ ਮੌਕਾ, ਆਪਾਂ ਨੂੰ ਹੀ ਹੋਣੀ ਵਾਰੀ। ਭਾਈਆਂ ਮਹਾਰਾਜ ਬੇਨਤੀ ਕਰਦੇ ਵੀ ਸਾਡੇ ਮਨ ਦੇ ਵਿੱਚ ਬੜੀ ਸ਼ਰਧਾ ਹੈ, ਬੜੀ ਭਾਵਨਾ ਹੈ ਬਈ ਮਾਲਕਾ ਤੂੰ ਅੰਤਰਜਾਮੀ ਹੈ, ਸਾਡੇ 'ਤੇ ਕਿਰਪਾ ਕਰ, ਸਾਨੂੰ ਸੰਤਾਂ ਦੀ ਧੂੜੀ ਮਿਲ ਜੀ, ਵੀ ਸਾਨੂੰ ਸੰਤਾਂ ਦਾ ਸੰਗ ਹੋ ਜੀ। ਫਰਮਾਉਂਦੇ ਨੇ ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਮੁਖ ਕਰ ਸੰਤਨ ਕੀ ਧੂਰੇ। ਬਈ ਅਸੀਂ ਸੰਤਾਂ ਦੀ ਧੂੜ ਬਣ ਜੀ, ਬਈ ਉਹਨਾਂ ਦੇ ਅਸੀਂ ਬਚਨਾਂ ਨੂੰ ਕਮਾ ਸਕੀਏ, ਉਹਨਾਂ ਦੇ ਬਚਨਾਂ ਨੂੰ ਅਸੀਂ ਮੰਨ ਸਕੀਏ। ਜੇ ਅਸੀਂ ਸੰਤਾਂ ਦਾ ਬਚਨ ਕਮਾਵਾਂਗੇ, ਮੰਨਾਂਗੇ, ਤੇ ਅਸੀਂ ਇਹ ਭਵ ਸਾਗਰ, ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ। ਮਹਾਰਾਜ ਫਰਮਾਉਂਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਏ। ਜੇ ਕੋਈ ਸੰਤਾਂ ਦਾ ਬਚਨ ਕਮਾਵੇ ਤੇ ਮਹਾਰਾਜ ਕਹਿੰਦੇ ਉਤਰ ਜਾਂਤ। ਹੁਣ ਆਪਾਂ ਨੂੰ ਫਿਰ ਇਸ ਲਈ ਭੇਤ ਦਿੱਤਾ ਸੰਤਾਂ ਦਾ ਵੀ ਇੱਕ ਹੁੰਦੇ ਹਰੀ ਦੇ ਸੰਤ, ਹਰੀ ਕਹਿੰਦੇ ਪਰਮਾਤਮਾ ਵਾਹਿਗੁਰੂ ਲਈ, ਇੱਕ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਸੰਤ ਨੇ, ਇੱਕ ਇਸ ਲੋਕ ਦੇ ਵਿੱਚ ਕਾਲ ਦਾ ਦੇਸ਼ ਹੈ ਜਿੱਥੇ ਆਪਾਂ ਆਉਂਦੇ ਹਾਂ ਦਿਨ ਦੇ ਸਮੇਂ। ਹੁਣ ਕਾਲ ਨੇ ਆਪਦੇ ਵੀ ਸੰਤ ਬਣਾਏ ਹੋਏ ਨੇ, ਕਾਲ ਦੇ ਵੀ ਸੰਤ ਨੇ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਅਨਾੜੀ ਸੰਤ ਕਹਿ ਦਿੱਤੇ, ਜਿਹੜੇ ਕਾਲ ਦੇ ਸੰਤ। ਹੁਣ ਕਾਲ ਨੂੰ ਪਤਾ ਹੈ ਵੀ ਜਦੋਂ ਇਹਨਾਂ ਦੇ ਮਨਾਂ ਦੇ ਵਿੱਚ ਦੁੱਖ ਹੋਏਗਾ, ਇਹਨਾਂ ਦੇ ਪਰਿਵਾਰਾਂ 'ਚ ਲੜਾਈਆਂ ਝਗੜੇ ਹੋਣਗੇ, ਕਲਾ ਕਲੇਸ਼ ਹੋਏਗਾ, ਬਈ ਇਹ ਸੰਤਾਂ ਕੋਲ ਜਾਣਗੇ। ਉਹਨੇ ਅੱਗੇ ਆਪਦੇ ਸੰਤ ਬਣਾ ਕੇ ਖੜੇ ਕਰ ਦਿੱਤੇ ਵੀ ਇਹਨਾਂ ਨੂੰ ਕਿਹੜਾ ਪਤਾ ਸੰਤਾਂ ਦਾ, ਇਹਨਾਂ ਨੂੰ ਕੀ ਪਤਾ ਵੀ ਸੰਤ ਕੀ ਹੁੰਦੇ ਨੇ ਤੇ ਸੰਤ ਕਹਿੰਦੇ ਕਿ ਇਹਨਾਂ ਨੂੰ, ਇਹਨਾਂ ਨੇ ਤਾਂ ਬਾਹਰੀ ਪਹਿਰਾਵਾ ਦੇਖਣਾ। ਹੁਣ ਉਹ ਜਦੋਂ ਜੀਵ ਕਾਲ ਦੇ ਸੰਤਾਂ ਕੋਲ ਜਾਂਦਾ ਹੈ, ਉਹਨਾਂ ਨੇ ਫਿਰ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਣਾ ਹੁੰਦਾ। ਅੱਗੇ ਉਹ ਅਨਾੜੀ ਸੰਤ, ਉਹਨਾਂ ਨੂੰ ਖੁਦ ਨਹੀਂ ਭੇਤ, ਨਾਮ ਦਾ ਸੱਚ ਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ, ਨਾ ਨਾਮ ਦਾ ਭੇਤ ਹੁੰਦਾ। ਉਹ ਸਿਰਫ ਬਾਹਰੀ ਇਹ ਮਾਇਆ ਤੱਕ ਸੀਮਤ ਹੁੰਦੀ। ਫਿਰ ਉਹਨਾਂ ਪਰਥਾਏ ਮਹਾਰਾਜ ਕਹਿੰਦੇ ਆ ਸੰਤ ਨਾੜੀ ਕਦੇ ਨਾ ਬੂਝੇ, ਕਥਨੀ ਕਰੇ ਤੇ ਮਾਇਆ ਨਾਲ ਲੂਝੇ, ਅੰਧ ਗਿਆਨੀ ਕਦੇ ਨਾ ਸੀਝੇ। ਬਈ ਉਹਨਾਂ ਨੂੰ ਤੁਸੀਂ ਹਰੀ ਦੇ ਪਰਮਾਤਮਾ ਦੇ ਸੰਤ ਨਾ ਸਮਝਿਓ ਵੀ ਜਿਨ੍ਹਾਂ ਦੇ ਗਲਾਂ ਦੇ ਵਿੱਚ ਜਾਂ ਹੱਥਾਂ 'ਚ ਵੱਡੀਆਂ ਵੱਡੀਆਂ ਮਾਲਾ ਫੜੀਆਂ ਹੋਣ, ਹੱਥਾਂ ਦੇ ਵਿੱਚ ਲੋਟੇ ਫੜੇ ਹੋਣ, ਤੇ ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਬਈ ਇਹ ਬਨਾਰਸ ਦੇ ਠੱਗ ਨੇ, ਉਹਨਾਂ ਨੇ ਸਾਡੇ ਨਾਲ ਠੱਗੀ ਮਾਰ। ਸਤਿਗੁਰੂ ਕਹਿੰਦੇ ਗੱਲੀ ਜਿੰਨੀ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਬਈ ਉਹਨਾਂ ਨੂੰ ਹਰੀ ਦੇ ਸੰਤ ਨਹੀਂ ਕਿਹਾ ਜਾਂਦਾ, ਉਹ ਠੱਗ ਨੇ, ਉਹਨਾਂ ਨੇ ਠੱਗੀ ਮਾਰ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਉਹ ਜਿਹੜੇ ਕਾਲ ਦੇ ਸੰਤ, ਉਹਨਾਂ ਨੇ ਸਾਨੂੰ ਰਹਿ ਗੁਣਾਂ ਦਾ, ਉਹਨਾਂ ਨੂੰ ਇੱਧਰ ਸੰਸਾਰ ਦਾ ਗਿਆਨ ਹੁੰਦਾ ਤੇ ਉਹ ਜੀਵ ਨੂੰ ਵੱਧ ਤੋਂ ਵੱਧ ਸਤੋਗੁਣੀ ਬਣਾ ਦੇਣਗੇ। ਵੀ ਤੁਸੀਂ ਚੰਗੇ ਕਰਮ ਕਰੋ ਜੀ, ਗੁਰਬਾਣੀ ਪੜ੍ਹੋ, ਜਾਂ ਤੁਸੀਂ ਪੁੰਨ ਦਾਨ ਕਰੋ, ਤੁਸੀਂ ਉਹ ਸਾਨੂੰ ਇੱਥੇ ਤੱਕ ਤਾਂ ਲੈ ਆਉਣਗੇ, ਪਰ ਸਾਨੂੰ ਇੱਥੋਂ ਅੱਗੇ ਦਾ ਰਸਤਾ ਨਹੀਂ ਦੱਸਣਗੇ ਵੀ ਇੱਥੋਂ ਅਸੀਂ ਨਿਕਲਣਾ ਕਿਵੇਂ। ਵੀ ਇਹ ਜਿਹੜਾ ਪੁੰਨ ਦਾਨ ਸੰਸਾਰ ਦਾ ਅਸੀਂ ਕਰਦੇ ਹਾਂ, ਵੀ ਇਹ ਤਾਂ ਇੱਥੇ ਹੀ ਰਹਿ ਜਾਣਾ, ਇਹ ਨਾਲ ਨਹੀਂ ਜਾਣਾ ਅੱਗੇ। ਇਹ ਤਾਂ ਸਰੀਰ ਵੀ ਇੱਥੇ ਰਹਿ ਜਾਣਾ ਤੇ ਪੁੰਨ ਦਾਨ ਕੀਤਾ ਹੋਇਆ ਵੀ ਇੱਥੇ ਹੀ ਰਹਿ ਜਾਣਾ।
ਅੱਗੇ ਤਾਂ ਸਾਡੇ ਮਨ ਨੇ ਜਾਣਾ ਅਤੇ ਮਨ ਦੇ ਨਾਲ ਨਾਮ ਧਨ ਜਾਣਾ। ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਸਾਡੇ ਨਾਲ ਜਾਂਦੀ ਨਹੀਂ। ਮਹਾਰਾਜ ਇਸ ਲਈ ਕਹਿੰਦੇ ਵੀ ਜਿਹੜੇ ਸਿਰਫ ਇਹ ਪੁੰਨ ਦਾਨ ਤੱਕ ਸੀਮਤ ਰਹਿ ਗਏ ਉਹਨਾਂ ਨੂੰ ਧਰਮ ਰਾਏ ਨੂੰ ਜਾ ਕੇ ਲੇਖਾ ਦੇਣਾ ਹੀ ਪੈਂਦਾ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੋ ਜਾਈ, ਵੀ ਉਹਨਾਂ ਨੂੰ ਜਾ ਕੇ ਧਰਮ ਰਾਏ ਨੂੰ ਹਿਸਾਬ ਦੇਣਾ ਹੀ ਪੈਂਦਾ। ਉਹ ਜੰਮ ਫਿਰ ਉਹਨੂੰ ਲੈ ਕੇ ਜਾਂਦੇ ਕੁੱਟਦੇ ਹੋਈ ਵੀ ਜਿਹੜਾ ਤੂੰ ਪੁੰਨ ਦਾਨ ਕਰਦਾ ਰਿਹਾ ਉਹ ਜਾ ਕੇ ਧਰਮ ਰਾਏ ਨੂੰ ਦੱਸੀ। ਵੀ ਇਸੇ ਦਾ ਭਵ ਸਾਗਰ ਤੋਂ ਨਾਮ ਦੁਬਾਰਾ ਪਾਰ ਹੋਣਾ। ਜੇ ਤਾਂ ਪੱਲੇ ਨਾਮ ਧਨ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਉਹਨੂੰ ਭਵ ਸਾਗਰ 'ਚ ਹੀ ਲਗਾਉਂਦੇ ਕੁੱਟਦੇ ਹੋਏ। ਔਰ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਕਾਲ ਦੇ ਸੰਤ, ਨਾੜੀ ਸੰਤ, ਬਈ ਉਹਨਾਂ ਨੇ ਸਾਨੂੰ ਇਹ ਨਹੀਂ ਭੇਤ ਦੇਣਾ ਵੀ ਇੱਥੋਂ ਅਸੀਂ ਮਾਇਆ ਦੇ ਘਰ ਦੇ ਵਿੱਚੋਂ ਨਿਕਲਣਾ ਕਿਵੇਂ। ਉਹਨਾਂ ਨੇ ਸਾਨੂੰ ਉਲਟਾ ਮਾਇਆ ਦੇ ਨਾਲ ਜੋੜੀ ਜਾਣ। ਬਈ ਜੇ ਤੁਹਾਡੇ ਸਿਰ 'ਤੇ ਕਰਜ਼ਾ ਚੜ੍ਹੇ, ਤੁਸੀਂ ਕਰਜ਼ਾ ਲਾਉਣਾ ਅਤੇ ਤੁਸੀਂ ਆਹ ਪਾਠ ਕਰ ਲਓ। ਹਾਲਾਂਕਿ ਪਾਠ ਅਸੀਂ ਇਸ ਵਾਸਤੇ ਨਹੀਂ ਕਰਨਾ। ਹੁਣ ਕਿਹੜਾ ਕਰਜ਼ ਚੜ੍ਹੇ ਸਾਨੂੰ ਤਾਂ ਇਹ ਵੀ ਨਹੀਂ ਪਤਾ। ਅਸੀਂ ਕਰਜ਼ ਸਮਝਦੇ ਹਾਂ ਵੀ ਜੇ ਸਾਡੇ 'ਤੇ ਕੋਈ ਆ ਮਾਇਆ ਦਾ ਕਰਜ਼ਾ ਚੜ੍ਹ ਗਿਆ ਵੀ ਇਹ ਕਰਜ਼। ਹੁਣ ਕਰਜ਼ਾ ਤਾਂ ਸਾਡੇ ਸਿਰ 'ਤੇ ਇਹ ਚੜ੍ਹੇ ਆ ਜੁਗਾਂ ਜੁਗਾਂ ਦਾ। ਬਈ ਮਾਲਕ ਸਾਨੂੰ ਸਵਾਸ ਦੇ ਰਹੇ, ਉਹ ਸਵਾਸਾਂ ਦਾ ਧਨ ਅਸੀਂ ਜਮ੍ਹਾਂ ਕਰਾਉਂਦੇ ਨਹੀਂ ਅਤੇ ਉਹ ਸਾਡੇ 'ਤੇ ਕਰਜ਼ਾ ਚੜ੍ਹੀ ਜਾਂਦਾ। ਮਾਲਕ ਐਡਾ ਦਿਆਲੂ ਕਿਰਪਾਲੂ, ਉਹ ਸਾਨੂੰ ਫਿਰ ਵੀ ਦਿੱਤੀ ਜਾਂਦਾ ਅਤੇ ਅਸੀਂ ਵਾਪਸ ਮੋੜਦੇ ਹੀ ਨਹੀਂ। ਮਹਾਰਾਜ ਇਸ ਲਈ ਕਹਿੰਦੇ ਵੀ ਮਨਮੁਖ ਦੇ ਸਿਰ ਦੇ ਉੱਤੇ ਬਹੁਤ ਵੱਡਾ ਕਰਜ਼ਾ ਚੜ੍ਹੇ। ਮਨਮੁਖ ਕਰਜ਼ ਚੜ੍ਹਿਆ ਬਿਖ ਭਾਰੀ, ਬਈ ਬੜਾ ਵੱਡਾ ਸਾਡੇ ਸਿਰ 'ਤੇ ਕਰਜ਼ਾ ਚੜ੍ਹ ਗਿਆ। ਜਿਉਂ ਅਸੀਂ ਸਤਿਯੁਗ ਤੋਂ ਚੱਲੇ ਅਸੀਂ ਲਈ ਜਾਂਦੇ, ਮਾਲਕ ਦਿੱਤੀ ਜਾਂਦੇ, ਉਹ ਕਰਜ਼ਾ ਚੜ੍ਹੀ ਜਾਂਦਾ ਉੱਥੇ। ਹੁਣ ਕਰਜ਼ ਤਾਂ ਸਾਡੇ ਸਿਰ 'ਤੇ ਇਹ ਚੜ੍ਹੇ ਅਸੀਂ ਇਹ ਲਾਉਣਾ ਸੀ। ਨਾ ਭੇਦ ਹੋਣ ਕਰਕੇ ਜੀਵ ਸਮਝਦਾ ਵੀ ਕਰਜ਼ਾ ਸੰਸਾਰ ਦਾ, ਅਤੇ ਉਹ ਗਾਂ ਜਿਹੜੇ ਅਨਾੜੀ ਸੰਤ ਉਹਨਾਂ ਨੂੰ ਵੀ ਨਹੀਂ ਪਤਾ ਵੀ ਕਰਜ਼ਾ ਕਿਹੜਾ ਹੀ ਕਿਹੜਾ। ਉਹ ਵੀ ਕਹਿ ਦਿੰਦੇ ਵੀ ਕੋਈ ਨਹੀਂ, ਤੁਹਾਡਾ ਕਰਜ਼ ਲੱਥ ਜੂ, ਤੁਸੀਂ ਆਹ ਕਰ ਲਓ, ਤੁਸੀਂ ਆਹ ਪੁੰਨ ਦਾਨ ਕਰੋ। ਉਹ ਜੀਵ ਉੱਥੇ ਤੱਕ ਹੀ ਰਹਿ ਜਾਂਦਾ ਸੀਮਤ, ਵੀ ਇੱਥੋਂ ਬਾਹਰ ਨਿਕਲਣ ਦੀ ਤਾਂ ਕੋਸ਼ਿਸ਼ ਹੀ ਨਹੀਂ ਕਰਦੀ। ਜੇ ਕੋਈ ਸਰੀਰ ਨੂੰ ਰੋਗ ਲੱਗ ਗਿਆ ਅਤੇ ਉਹਨਾਂ ਕੋਲ ਚਲਾ ਗਿਆ ਵੀ ਮੇਰੇ ਸਰੀਰ ਨੂੰ ਆਹ ਰੋਗ ਲੱਗਿਆ ਜੀ, ਬਿਮਾਰੀ ਲੱਗ ਗਈ, ਠੀਕ ਨਹੀਂ ਹੁੰਦੀ, ਉਹ ਕਹਿੰਦੇ ਤੁਸੀਂ ਆਹ ਕਰ ਲਓ ਠੀਕ ਹੋ ਜਾਏਗੀ। ਜਾਣੀ ਦੀ ਜੀਵ ਸਿਰਫ ਇਸ ਸਰੀਰ ਤੱਕ, ਤਨ ਤੱਕ ਹੀ ਸੀਮਤ ਰਹਿ ਗਿਆ ਅਤੇ ਭੇਤ ਉਹਨਾਂ ਨੂੰ ਵੀ ਨਹੀਂ ਹੁੰਦਾ ਕਿ ਬਈ ਇਹ ਤਨ ਤਾਂ ਨਾਸਵਾਨ, ਇਹਨੂੰ ਤਾਂ ਛੱਡਣਾ, ਇਹਨੂੰ ਤਾਂ ਛੱਡ ਕੇ ਅਸੀਂ ਚੌਥੇ ਪਦ ਵਿੱਚ ਜਾਣਾ। ਬਈ ਜੇ ਇਹਦੇ ਵਾਸਤੇ ਹੀ ਮੰਗੀ ਜਾਵਾਂਗੇ ਜਾਂ ਇਹਨੂੰ ਠੀਕ ਕਰਨ 'ਤੇ ਲੱਗੇ ਰਹਾਂਗੇ, ਇਹ ਤਾਂ ਠੀਕ ਹੋਣਾ ਹੀ ਨਹੀਂ। ਹੁਣ ਜਿਉਂ-ਜਿਉਂ ਇਹ ਸਰੀਰ ਪੁਰਾਣਾ ਹੁੰਦਾ ਹੈ ਉਹਨੇ ਵਿਗੜਨਾ ਹੀ ਹੈ, ਤਾਂ ਠੀਕ ਠੂਕ ਕੁਛ ਹੋਣਾ ਨਹੀਂ ਹੈ, ਚਾਹੇ ਅਸੀਂ ਲੱਗੇ ਰਹੀਏ ਕਰਨ। ਕਿਉਂਕਿ ਇਹ ਤਾਂ ਇੱਕ ਦਿਨ ਨਾਸ ਹੋਣਾ ਹੀ ਹੋਣਾ। ਇਹ ਤਾਂ ਮਿਥਿਆ ਹੋਇਆ, ਇਹ ਤਾਂ ਕੂੜ ਹੈ, ਇਹਨੇ ਤਾਂ ਇੱਕ ਦਿਨ ਖਤਮ ਹੋਣਾ ਹੀ ਹੋਣਾ, ਬਿਨਸਨਹਾਰ। ਹੁਣ ਸਾਡਾ ਜਿਹੜਾ ਘਰ, ਇਹ ਘਰ ਹੈ ਨਹੀਂ। ਮਹਾਰਾਜ ਕਹਿੰਦੇ ਤੁਸੀਂ ਆਪਦੇ ਘਰ ਆਵੋ, ਇਹ ਦੁੱਖਾਂ ਦੇ ਘਰ 'ਚ ਨਾ ਰਹੋ। ਤੁਸੀਂ ਦੁੱਖਾਂ ਦੇ ਘਰ ਨੂੰ ਖਾਲੀ ਕਰ ਦਿਓ, ਉਹਨੂੰ ਛੱਡ ਦਿਓ। ਹੁਣ ਸੰਤਾਂ ਨੇ ਤਾਂ ਇਹ ਭੇਦ ਦੇਣਾ ਹੁੰਦਾ ਵੀ ਇਹ ਦੁੱਖਾਂ ਦੇ ਘਰ ਨਹੀਂ, ਤੁਸੀਂ ਛੱਡੋ, ਇਹਨੇ ਠੀਕ ਠੂਕ ਇਹਨੂੰ ਕਰਨ ਦੇ ਚੱਕਰ 'ਚ ਨਾ ਪਵੋ, ਤੁਸੀਂ ਇਹਨੂੰ ਛੱਡ ਕੇ ਆਪਦੇ ਘਰ ਜਾਓ। ਬਈ ਜੇ ਇਹਨੂੰ ਤੁਸੀਂ ਠੀਕ ਕਰ ਵੀ ਲਵੋਗੇ ਫਿਰ ਕਿਹੜਾ ਤੁਹਾਡੇ ਮਨ ਨੂੰ ਸੁੱਖ ਮਿਲ ਜਾਣਾ, ਫਿਰ ਕਿਹੜਾ ਇਹਨੂੰ ਸ਼ਾਂਤੀ ਆਉਣੀ। ਜਿਵੇਂ ਹੁਣ ਆਵਾ ਦੇਖੀਏ ਵੀ ਪਿੱਛੇ ਝਾਤੀ ਮਾਰੀ, ਬਈ ਜਦੋਂ ਸਾਡੇ ਸਰੀਰ ਨੂੰ ਕੋਈ ਰੋਗ ਨਹੀਂ ਹੁੰਦਾ, ਮੰਨ ਲਓ ਆਪਾਂ ਜਵਾਨ ਹੁੰਦੇ ਹਾਂ, ਉਦੋਂ ਕੋਈ ਰੋਗ ਨਹੀਂ, ਅਤੇ ਉਦੋਂ ਕਿਹੜਾ ਸਾਡਾ ਮਨ ਬਹੁਤ ਸੁਖੀ ਹੁੰਦਾ, ਉਦੋਂ ਕਿਹੜਾ ਸਾਨੂੰ ਬੜੀ ਸ਼ਾਂਤੀ, ਬੜਾ ਆਨੰਦ ਹੁੰਦਾ। ਦੁਖੀ ਆਪਾਂ ਉਦੋਂ ਵੀ ਸੀ। ਇਹ ਜੇ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ, ਦੁਖੀ ਜੀ ਫਿਰ ਵੀ ਰਹਿੰਦਾ। ਜੇ ਉਹ ਠੀਕ ਹੋ ਜਾਂਦਾ, ਦੁਖੀ ਉਹ ਫਿਰ ਵੀ ਰਹਿੰਦਾ।
ਇਹ ਨਹੀਂ ਵੀ ਉਹਨੇ ਸੁਖੀ ਹੋ ਜਾਣਾ ਇਹਦੇ ਨਾਲ। ਕਿ ਦੁੱਖ ਦਾ ਜਿਹੜਾ ਸੰਬੰਧ ਉਹ ਇਹ ਨਹੀਂ ਹੈ ਵੀ ਸਾਡੇ ਸਰੀਰ ਨੂੰ ਦੁੱਖ ਹੈ। ਦੁੱਖ ਦਾ ਸੰਬੰਧ ਇਸ ਕਰਕੇ ਵੀ ਸਾਡਾ ਮਨ ਦੁਖੀ ਹੈ ਅਤੇ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ, ਪਰਮਾਤਮਾ ਤੋਂ ਵਿਛੜਿਆ ਹੋਇਆ, ਸਾਡਾ ਵਿਛੋੜਾ ਪਿਆ ਹੋਇਆ, ਤਾਂ ਦੁਖੀ। ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਫਿਰ ਸਾਡਾ ਮਨ ਨੂੰ ਰੋਗ ਲੱਗਦੇ, ਸਾਡਾ ਮਨ ਦੁਖੀ ਹੁੰਦਾ। ਮਹਾਰਾਜ ਤਾਈਓ ਫਰਮਾਉਂਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਬਈ ਪਰਮੇਸ਼ਰ ਨੂੰ ਭੁੱਲੇ ਹੋਣ ਕਰਕੇ ਤਾਂ ਮਨ ਨੂੰ ਰੋਗ ਲੱਗਿਆ ਹੋਇਆ। ਇਸ ਵਾਸਤੇ ਫਿਰ ਜੀਵ ਸਿਰਫ ਇਹ ਤਨ ਤੱਕ ਸੀਮਤ ਹੋਣ ਕਰਕੇ ਉਹ ਤਨ ਵਾਸਤੇ ਇਕੱਠਾ ਕਰੀ ਜਾਂਦਾ, ਤਨ ਵਾਸਤੇ ਮੰਗੀ ਜਾਂਦਾ, ਤਨ ਦੀ ਤੰਦਰੁਸਤੀ। ਹੁਣ ਆਪਦੇ ਵਾਸਤੇ ਤਾਂ ਮੰਗਦਾ ਹੀ ਨਹੀਂ, ਮਨ ਵਾਸਤੇ। ਇਹ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਜਿਹੜੇ ਹਰੀ ਦੇ ਸੰਤ, ਉਹਨਾਂ ਨੇ ਸਾਨੂੰ ਇਹ ਭੇਤ ਦੇਣਾ ਵੀ ਇਹ ਤਨ ਬਗਾਨਾ, ਵੀ ਇਹ ਸਰੀਰ ਮਾਇਆ, ਇਹ ਮਾਇਆ ਨੂੰ ਛੱਡੋ। ਬਈ ਤੁਸੀਂ ਆਪਣੇ ਆਪੇ ਦੀ ਪਹਿਚਾਣ ਕਰੋ, ਤੁਸੀਂ ਹੈ ਕੌਣ ਹੋ। ਅਤੇ ਪਹਿਚਾਣ ਕਰਨ ਵਾਸਤੇ ਉਹਨਾਂ ਨੇ ਸਾਨੂੰ ਸਿਮਰਨ ਕਰਾਉਣਾ ਵੀ ਤੁਸੀਂ ਸਿਮਰਨ ਕਰੋਗੇ, ਤੁਸੀਂ ਜਾਗੋਗੇ। ਜਦੋਂ ਜਾਗੋਗੇ ਤਾਂ ਤੁਹਾਨੂੰ ਆਪਣੇ ਆਪੇ ਦੀ ਸੋਝੀ ਆਏਗੀ। ਜਦੋਂ ਅਸੀਂ ਜਾਗਾਂਗੇ ਸਾਨੂੰ ਆਪਣਾ ਘਰ ਨਜ਼ਰ ਆਏਗਾ, ਸਾਨੂੰ ਪਰਮਾਤਮਾ ਦਿਸੇਗਾ, ਅਸੀਂ ਪਰਮਾਤਮਾ ਦੀ ਆਵਾਜ਼ ਨੂੰ ਸੁਣਾਂਗੇ ਜਦੋਂ ਅਸੀਂ ਜਾਗਾਂਗੇ। ਹੁਣ ਸੁੱਤਾ ਹੋਇਆ ਜੀਵ ਬਰੜਾਈ ਜਾ ਰਿਹਾ। ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਕੋਈ ਸੁੱਤਾ ਹੋਇਆ ਜੀਵ ਉਹ ਬੜਾਉਂਦਾ ਹੈ। ਹੁਣ ਉਹਨੂੰ ਨਹੀਂ ਪਤਾ ਲੱਗਦਾ ਵੀ ਮੈਂ ਕੀ ਬੋਲ ਰਿਹਾ, ਕੀ ਬਰੜਾ ਰਿਹਾ, ਅਤੇ ਉਹ ਸਿਰਫ ਆਪ ਮੁਹਾਰੇ ਬੋਲੀ ਜਾਂਦਾ। ਹੁਣ ਇਸੇ ਤਰ੍ਹਾਂ ਹੀ ਮਨ ਜਦੋਂ ਸੁੱਤਾ ਹੁੰਦਾ ਫਿਰ ਇਸ ਸੰਸਾਰ ਦੇ ਵਿੱਚ ਇਹ ਜੀਵ ਜਿਹੜੇ ਮਨਮੁਖ ਬਰੜਾਉਂਦੇ ਫਿਰਦੇ, ਵੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਬੋਲਦੇ, ਬੋਲੀ ਜਾਂਦੇ ਬਸ। ਹੁਣ ਮਹਾਰਾਜ ਕਹਿੰਦੇ ਵੀ ਸੁੱਤੇ ਨਾ ਰਹੋ, ਤੁਸੀਂ ਭਰਮ 'ਚ ਨਾ ਰਹੋ, ਤੁਸੀਂ ਜਾਗੋ। ਇਸ ਵਾਸਤੇ ਫਿਰ ਸਾਨੂੰ ਹਰੀ ਦੇ ਸੰਤਾਂ ਨੇ ਜਗਾਉਣ ਵਾਸਤੇ ਸਾਨੂੰ ਸਿਮਰਨ ਦੱਸਣਾ ਵੀ ਤੁਸੀਂ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾਓ। ਜਦੋਂ ਅਸੀਂ ਜਾਗਾਂਗੇ ਤਾਂ ਸਾਨੂੰ ਪਤਾ ਲੱਗੇਗਾ ਵੀ ਅਸੀਂ ਬੋਲਣਾ ਕੀ ਹੈ। ਪਹਿਲਾਂ ਤਾਂ ਅਸੀਂ ਸੁੱਤੇ ਪਈ ਬਰੜਾਈ ਜਾਂਦੇ, ਆਪ ਮੁਹਾਰੀ ਬੋਲੀ ਜਾਂਦੇ, ਪਤਾ ਹੀ ਨਹੀਂ ਵੀ ਕੀ ਬੋਲਦੇ। ਜਿਵੇਂ ਆਪਾਂ ਸੰਸਾਰ 'ਚ ਵੀ ਕਈ ਵਾਰ ਦੇਖਦਾ ਨਾ, ਕਈ ਜੀਵ ਕਹਿੰਦੇ ਵੀ ਇਹ ਬਹੁਤ ਬੋਲਦਾ ਹੈ, ਤੈਨੂੰ ਪਤਾ ਹੀ ਨਹੀਂ ਵੀ ਮੈਂ ਬੋਲਣਾ ਕੀ ਹੈ, ਊਂ ਹੀ ਬੋਲੀ ਜਾਂਦਾ ਬਿਨਾਂ ਮਤਲਬ ਤੋਂ। ਹੁਣ ਉਹੀਓ ਹਾਲਤ ਜਦੋਂ ਸਾਡਾ ਮਨ ਸੁੱਤਾ ਹੁੰਦਾ, ਇਹ ਸੁੱਤੇ ਮਨ ਦੀ ਹਾਲਤ। ਬਈ ਜੀਵ ਉਹ ਗੱਲਾਂ ਕਰਦੇ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ। ਨਿੰਦਿਆ, ਚੁਗਲੀਆਂ, ਬੈਰ ਵਿਰੋਧ, ਈਰਖਾ, ਨਫ਼ਰਤ, ਹਉਮੈ, ਹੰਕਾਰ, ਉਹ ਸੁੱਤੇ ਬਰੜਾਈ ਜਾਂਦੇ। ਮਹਾਰਾਜ ਇਸ ਵਾਸਤੇ ਫਿਰ ਕਹਿੰਦੇ ਵੀ ਸੁੱਤੇ ਨਾ ਰਹੋ, ਜਾਗੋ। ਅਤੇ ਜਾਗਣ ਵਾਸਤੇ ਕੀ ਕਰੀਏ? ਕਹਿੰਦੇ ਸਿਮਰਨ ਕਰੋ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਫਿਰ ਜਿਹੜੇ ਹਰੀ ਦੇ ਸੰਤ ਉਹਨਾਂ ਨੇ ਸਾਨੂੰ ਇਹ ਸਿਮਰਨ ਕਰਾਉਣਾ, ਉਹਨਾਂ ਨੇ ਸਾਨੂੰ ਵਿਧੀ ਜੁਗਤੀ ਦੱਸਣੀ ਵੀ ਆਹ ਵਿਧੀ ਦੁਆਰਾ ਸਿਮਰਨ ਕਰੋ। ਇਹ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾਓ। ਇਹ ਫਿਰ ਸੰਤਾਂ ਦਾ ਕੰਮ ਹੈ ਜਿਹੜੇ ਹਰੀ ਸੀ, ਉਹਨਾਂ ਨੇ ਆਪ ਵੀ ਸਿਮਰਨ ਕਰਨਾ, ਆਪਾਂ ਨੂੰ ਵੀ ਕਰਾਉਣਾ। ਮਹਾਰਾਜ ਕਹਿੰਦੇ ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਉਹਨਾਂ ਨੇ ਆਪ ਵੀ ਜਪਣਾ ਅਤੇ ਆਪਾਂ ਨੂੰ ਵੀ ਕਹਿਣਾ ਵੀ ਤੁਸੀਂ ਵੀ ਜਪੋ। ਨਾਲ ਨਾਲ ਮਾਲਕ ਨੇ ਉਹਨਾਂ ਦੀ ਡਿਊਟੀ ਲਾਈ, ਉਹਨਾਂ ਨੇ ਇਕੱਠ ਕਹਾਣੀ ਕਰਨੀ। ਇਕੱਠ ਕਹਾਣੀ ਕਹਿੰਦੇ ਪਰਮਾਤਮਾ ਨੂੰ ਮਿਲਾਪ ਦਾ ਰਸਤਾ। ਬਈ ਉਹਨਾਂ ਨੇ ਸਾਨੂੰ ਭੇਤ ਦੇਣਾ ਵੀ ਅਸੀਂ ਕਿਵੇਂ ਪਰਮਾਤਮਾ ਤੋਂ ਵਿਛੜੇ ਹਾਂ, ਕਾਹਦੇ ਕਰਕੇ ਵਿਛੜੇ ਹਾਂ ਅਤੇ ਕੌਣ ਸਾਨੂੰ ਵਿਛੋੜਨ ਵਾਲਾ। ਬਈ ਫਿਰ ਉਹਨਾਂ ਨੇ ਦੱਸਣਾ ਅਸੀਂ ਆਪਦੇ ਕਰਮਾਂ ਕਰਕੇ ਵਿਛੜੇ। ਬਈ ਸਾਡੇ ਕਰਮ ਐਸੇ ਹੋ ਗਏ ਵੀ ਅਸੀਂ ਪਰਮਾਤਮਾ ਤੋਂ ਵਿਛੜ ਗਏ, ਅਸੀਂ ਭੁੱਲ ਗਏ ਉਹਨੂੰ। ਮਹਾਰਾਜ ਕਹਿੰਦੇ ਆਪ ਕਮਾਣੇ ਵਿਛੜੀ
ਦੋਸ਼ ਨਾ ਕਾਹੂ ਦੇਣ ਵੀ ਮੈਂ ਤਾਂ ਆਪਦੇ ਕਰਮਾਂ ਕਰਕੇ ਵਿਛੜੀ ਪਰਮਾਤਮਾ 'ਚ। ਉਹ ਕਿਹੜੇ ਕਰਮ ਫਿਰ ਜਿਨ੍ਹਾਂ ਕਰਕੇ ਅਸੀਂ ਵਿਛੜੇ ਹਾਂ, ਅਤੇ ਕਿਵੇਂ ਅਸੀਂ ਵਿਛੜੇ ਹੋਏ ਫਿਰ ਪਰਮਾਤਮਾ ਨੂੰ ਮਿਲੀਏ। ਵਿਛੋੜੇ ਤੋਂ ਮਿਲਾਪ ਤੱਕ ਦੀ ਜਿਹੜੀ ਕਹਾਣੀ, ਇਹਨੂੰ ਫਿਰ ਅਕਥ ਕਹਾਣੀ ਕਹਿੰਦੇ ਆ। ਕਥ ਕਥਾ ਪ੍ਰੇਮ ਕਥਾ, ਇਹ ਫਿਰ ਸੰਤਾਂ ਨੇ ਕਹਾਣੀ ਕਰਨੀ, ਉਹਨਾਂ ਦੀ ਡਿਊਟੀ ਹੈ। ਮਹਾਰਾਜ ਫਰਮਾਉਂਦੇ ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਵੀ ਸੰਤਾਂ ਨੇ ਕਥ ਕਹਾਣੀ ਕਰਨੀ, ਸਾਨੂੰ ਮਿਲਾਪ ਦਾ ਰਸਤਾ ਦੱਸ। ਹੁਣ ਇਹ ਕਥ ਕਹਾਣੀ ਦੀ ਸਾਨੂੰ ਉੱਦਾਂ ਸਮਝ ਨਹੀਂ ਲੱਗਦੀ, ਕਿਉਂਕਿ ਇਹ ਸਾਰੀ ਕਹਾਣੀ ਕਥ ਕਹਾਣੀ ਵਿੱਚ ਸੁਖਮ ਦਾ ਭੇਦ ਦਿੱਤਾ ਜਾਂਦਾ। ਹੁਣ ਜਦੋਂ ਸਾਨੂੰ ਸਮਝ ਨਹੀਂ ਲੱਗਦੀ, ਉਹਦੇ ਵਾਸਤੇ ਫਿਰ ਉਹ ਸਾਨੂੰ ਕਹਿੰਦੇ ਵੀ ਸਿਮਰਨ ਕਰ। ਉਹ ਫਿਰ ਸਾਨੂੰ ਸਿਮਰਨ ਕਰਾਉਂਦੇ। ਜਿਉਂ ਅਸੀਂ ਸਿਮਰਨ ਕਰਦੇ ਹਾਂ, ਤਿਉਂ ਫਿਰ ਸਾਨੂੰ ਇਹ ਕਥ ਕਹਾਣੀ ਦੀ ਸਮਝ ਲੱਗਣੀ ਸ਼ੁਰੂ ਹੁੰਦੀ। ਫਿਰ ਸਾਨੂੰ ਭੇਦ ਲੱਗਦਾ ਵੀ ਸਾਨੂੰ ਕੀ ਸਮਝਾਉਂਦੇ ਨੇ। ਫਿਰ ਉਹਨਾਂ ਨੇ ਸਾਨੂੰ ਦੱਸਣਾ ਵੀ ਕਿਵੇਂ ਅਸੀਂ ਮਾਲਕ ਦੇ ਨਾਲ ਮਿਲਾਪ ਕਰਨਾ, ਕਿਵੇਂ ਅਸੀਂ ਆਪਦੇ ਘਰ ਜਾਣਾ, ਘਰ ਦੇ ਦਰ 'ਤੇ ਜਾਣਾ। ਉਹ ਸਾਰਾ ਉਹਨਾਂ ਨੇ ਸਾਨੂੰ ਭੇਜ ਦਿੱਤੀ ਜਾਣਾ। ਮਹਾਰਾਜ ਇਸ ਲਈ ਫਰਮਾਉਂਦੇ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਵੀ ਉਹਨਾਂ ਨੇ ਕਥ ਕਹਾਣੀ ਕਰਨੀ, ਵੀ ਉਹਨਾਂ ਨੇ ਦੱਸਣਾ ਵੀ ਕਿਵੇਂ ਅਸੀਂ ਮਾਲਕ ਨੂੰ ਮਿਲਣਾ। ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਏ। ਵੀ ਉਹਨਾਂ ਨੇ ਪ੍ਰੇਮ ਦੀ ਕਹਾਣੀ ਕਰ, ਵੀ ਉਹਨਾਂ ਨੇ ਸਾਨੂੰ ਪ੍ਰੇਮ ਦਾ ਮਾਰਗ ਦੱਸ। ਮਹਾਰਾਜ ਫਰਮਾਉਂਦੇ ਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ, ਵੀ ਉਹਨਾਂ ਨੇ ਸਾਨੂੰ ਇਹ ਪ੍ਰੇਮ ਦੀ ਕਹਾਣੀ ਸੁਣਾ। ਉਹ ਫਿਰ ਨਾਲ ਸਾਨੂੰ ਇਹ ਕਥ ਕਹਾਣੀ ਸੁਣਾਈ ਜਾਂਦੇ, ਨਾਲ ਸਾਨੂੰ ਫਿਰ ਸਿਮਰਨ ਅਭਿਆਸ ਦੱਸਦੇ। ਇਹ ਫਿਰ ਆਪਾਂ ਨੂੰ ਦੱਸਦੇ ਵੀ ਸੰਤਾਂ ਦੀ ਡਿਊਟੀ ਵੀ ਸੇਵਾ ਵਾਸਤੇ ਦੋਵੇਂ ਭਲੇ ਨੇ, ਇੱਕ ਸੰਤ ਅਤੇ ਪਰਮਾਤਮਾ। ਸੰਤਾਂ ਨੇ ਸਾਨੂੰ ਨਾਮ ਜਪਾਉਣਾ, ਸਿਮਰਨ ਕਰਾਉਣਾ, ਅਤੇ ਉਹਨਾਂ ਨੇ ਸਾਨੂੰ ਪ੍ਰੇਰਨਾ ਅਤੇ ਨਾਲ ਮਿਲਾਪ ਦਾ ਰਸਤਾ ਦੱਸਣਾ ਮਾਲਕ ਨੂੰ। ਮਾਲਕ ਨੇ ਸਾਨੂੰ ਜੀਵਨ ਮੁਕਤ ਕਰਨਾ। ਮਹਾਰਾਜ ਇਸ ਲਈ ਫਰਮਾਉਂਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਮਹਾਰਾਜ ਕਹਿੰਦੇ ਵੀ ਜਿਹੜੇ ਐਸੇ ਸੰਤ, ਵੀ ਸੰਤਾਂ ਦੇ ਫਿਰ ਮਾਲਕ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ, ਕੋਈ ਫਰਕ ਨਹੀਂ ਹੁੰਦਾ। ਆਈਆਂ ਫਿਰ ਸਾਨੂੰ ਕਹਿੰਦੇ ਵੀ ਉਹਨਾਂ ਸੰਤਾਂ ਦੀ ਨਿੰਦਿਆ ਨਾ ਕਰ ਜਿਹੜੇ ਹਰੀ ਦੇ ਸੰਤ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਮਹਾਰਾਜ ਕਹਿੰਦੇ ਸੰਤ ਅਤੇ ਰਾਮ ਦੇ ਵਿੱਚ ਕੋਈ ਫਰਕ ਨਹੀਂ, ਵੀ ਉਹ ਸੰਤ ਰਾਮ ਵਾਹਿਗੁਰੂ ਦਾ ਹੀ ਰੂਪ ਹੋ ਗਿਆ ਜਿਹੜਾ ਉਹਨੂੰ ਮਿਲ ਗਿਆ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਉਹਦੇ ਸੰਤਾਂ ਦੀ ਨਿੰਦਿਆ ਕਰਾਂਗੇ ਅਤੇ ਸਾਨੂੰ ਜਨਮ ਮਰਨ ਦਾ ਰੋਗ ਲੱਗ ਜਾਏਗਾ, ਅਸੀਂ ਵਾਰ ਜੂਨਾਂ ਆਉਣ ਜਾਣ ਦੇ ਚੱਕਰ 'ਚ ਪੈ ਜਾਵਾਂਗੇ। ਰਮਾਉਂਦੇ ਨੇ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਵੀ ਸੰਤਾਂ ਦੀ ਨਿੰਦਿਆ ਸਾਨੂੰ ਜਨਮ ਮਰਨ ਦੇ ਚੱਕਰ ਦੇ ਵਿੱਚ ਪਾ ਦਿੰਦੀ। ਨਿੰਦਾ ਤਾਂ ਜਿਹੜੀ ਆਮ ਕਿਸੇ ਵੀ ਜੀਵ ਦੀ ਭਲੀ ਨਹੀਂ, ਕਿਸੇ ਦੀ ਵੀ ਨਹੀਂ ਚੰਗੀ। ਜੇ ਅਸੀਂ ਉਹਦੇ ਪਿਆਰਿਆਂ ਦੀ ਨਿੰਦਿਆ ਕਰੀ, ਮਾਲਕ ਦੇ ਜਿਹੜੇ ਪਿਆਰੇ, ਜਿਹੜੇ ਉਹਦਾ ਰੂਪ ਹੋ ਕੇ ਸੰਤਾਂ ਦੀ ਨਿੰਦਿਆ ਕਰੀ, ਇਹ ਮਹਾਰਾਜ ਕਹਿੰਦੇ ਸਾਡਾ ਫਿਰ ਜਿਹੜਾ ਰੂਪ ਉਹ ਵਿਗੜ ਜਾਂਦਾ। ਸੰਤਾਂ ਦਾ ਜਿਹੜਾ ਦੁਖੀ ਹੈ, ਫਿਰ ਉਹਦੇ ਵਰਤਾਏ ਕਹਿੰਦੇ ਸੰਤ ਕਾ ਦੁਖੀ ਵਿਗੜ ਰੂਪ ਹੋਈ ਜਾਏ, ਵੀ ਉਹਦਾ ਰੂਪ ਹੀ ਵਿਗੜ ਜਾਂਦਾ। ਕਿਵੇਂ ਵਿਗੜਦਾ? ਉਹਦੇ ਅੰਦਰ ਹਉਮੈ ਹੰਕਾਰ ਆ ਜਾਂਦਾ, ਉਹਦੇ ਅੰਦਰ ਦੁਬਦਾ ਵੈਰ ਵਿਰੋਧ ਈਰਖਾ ਨਫ਼ਰਤ ਇੰਨੀ ਹੋ ਜਾਂਦੀ, ਇੰਨਾ ਉਹਦਾ ਮਨ ਅਸ਼ਾਂਤ ਹੋ ਜਾਂਦਾ, ਇੰਨਾ ਦੁਖੀ ਹੋ ਜਾਂਦਾ। ਉਦੋਂ ਕਹਿੰਦੇ ਵੀ ਇਹਦਾ ਰੂਪ ਹੀ ਵਿਗੜ ਗਿਆ।
ਜਿਵੇਂ ਆਪਾਂ ਦੇਖਦੇ ਹਾਂ ਨਾ ਸੰਸਾਰ 'ਚ ਬਈ ਕੋਈ ਜੀਵ ਬਹੁਤ ਗੁੱਸਾ ਕਰਦਾ ਤੇ ਕ੍ਰੋਧ ਦੇ ਵਿੱਚ ਦੁਖੀ ਹੋਈ ਜਾਂਦਾ, ਸੜੀ ਜਾਂਦਾ, ਤੇ ਉਦੋਂ ਕਹਿੰਦੇ ਵੀ ਇਹਦਾ ਤਾਂ ਰੂਪ ਹੀ ਵਿਗੜ ਗਿਆ, ਬਈ ਕਿਵੇਂ ਸੜਦਾ ਪਿਆ, ਕਿਵੇਂ ਜਲਦਾ ਪਿਆ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਜਿਹੜਾ ਸੰਤਾਂ ਦਾ ਦੁਖੀ ਹੈ ਉਹਦਾ ਰੂਪ ਵਿਗੜ ਜਾਂਦਾ, ਵੀ ਉਹ ਦੁਵਿਧਾ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਫਿਰ ਸੜਦਾ, ਫਿਰ ਉਹ ਜਲਦਾ। ਸਤਿਗੁਰੂ ਕਹਿੰਦੇ ਵੀ ਉਹਨੂੰ ਜਨਮ ਮਰਨ ਦਾ ਰੋਗ ਲੱਗ ਜਾਂਦਾ, ਪਰ ਜੇ ਕਿਤੇ ਸੰਤ ਉਹਦੇ 'ਤੇ ਵੀ ਕਿਰਪਾ ਕਰ ਦੇਵੇ, ਉਹਦੇ 'ਤੇ ਵੀ ਟੁੱਟ ਜਾਵੇ, ਤੇ ਉਹ ਵੀ ਮੁਕਤ ਹੋ ਸਕਦਾ। ਜੇ ਸੰਤ ਚਾਹਵੇ ਤੇ ਉਹ ਵੀ ਮੁਕਤੀ ਉਹਨੂੰ ਮਿਲ ਸਕਦੀ, ਪਰ ਉਹ ਤਾਂ ਮਿਲੇਗੀ, ਤਾਂ ਮੁਕਤ ਹੋਏਗਾ ਜੇ ਉਹ ਸੰਤਾਂ ਦਾ ਸੰਗ ਕਰੇ। ਜੇ ਉਹ ਸੰਤਾਂ ਦੀ ਸੰਗਤ 'ਚ ਆ ਜੇ, ਬੇਸ਼ੱਕ ਉਹ ਸੰਤਾਂ ਦਾ ਨਿੰਦਕ ਵੀ ਹੈ ਤੇ ਉਹ ਨਿੰਦਕ ਵੀ ਤਰ ਸਕਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬਈ ਜਿਹੜੇ ਮਨਮੁਖ ਨੇ, ਜਿਹੜੇ ਸਾਕਤ ਨੇ, ਬਈ ਉਹਨਾਂ ਦਾ ਫਿਰ ਸੁਭਾਅ ਹੀ ਇੱਦਾਂ ਦਾ ਬਣ ਜਾਂਦਾ ਬਈ ਹਰੀ ਦੇ ਸੰਤਾਂ ਦੇ ਨਾਲ ਤਾਂ ਵੈਰ ਕਰਦੇ, ਜਿਹੜੇ ਸਾਗਤ ਮਨਮੁਖ ਨੇ ਉਹਨਾਂ ਦੇ ਨਾਲ ਉਹਨਾਂ ਦਾ ਪਿਆਰ, ਉਹਨਾਂ ਦੇ ਨਾਲ ਮੋਹ ਪੈ ਜਾਂਦਾ, ਦੁਸ਼ਟਾਂ ਦੇ ਨਾਲ। ਮਹਾਰਾਜ ਫਰਮਾਉਂਦੇ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਵੀ ਉਹਨਾਂ ਦਾ ਪਿਆਰ ਹੀ ਦੁਸ਼ਟਾਂ ਦੇ ਨਾਲ, ਮਨਮੁਖਾਂ ਦੇ ਨਾਲ। ਹੁਣ ਐਸੀ ਅਵਸਥਾ 'ਚ ਜੇ ਉਹ ਚਾਹੁਣ ਬਈ ਸਾਨੂੰ ਸੁੱਖ ਮਿਲੇ, ਤੇ ਸੁੱਖ ਕਿੱਥੋਂ ਮਿਲੇ? ਉਹ ਚਾਹੁਣ ਸਾਡੇ ਮਨ ਨੂੰ ਸ਼ਾਂਤੀ, ਤੇ ਸ਼ਾਂਤੀ ਕਿੱਥੋਂ ਆਵੇ? ਹੁਣ ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਬਈ ਸੰਤਾਂ ਨੇ ਤਾਂ ਸਾਨੂੰ ਪਿਆਰ ਦਾ ਮਾਰਗ ਦੱਸਣਾ ਹੁੰਦਾ। ਬੇਸ਼ੱਕ ਇੱਦਾਂ ਦੇ ਕਰੋੜਾਂ ਜੀਵ ਇਕੱਠੇ ਹੋ ਜਾਣ ਸੰਤਾਂ ਦੇ ਨਾਲ ਵੈਰ ਕਰਨ ਵਾਲੇ, ਪਰ ਸੰਤ ਫਿਰ ਵੀ ਆਪਦਾ ਸੁਭਾਅ ਨਹੀਂ ਬਦਲਦਾ, ਪਰਉਪਕਾਰ ਵਾਲਾ। ਮਹਾਰਾਜ ਕਹਿੰਦੇ ਕਬੀਰ ਸੰਤ ਨਾ ਛੋੜੇ ਸੰਤ ਹੀ, ਜੋ ਕੋਟਕ ਮਿਲੇ ਅਸੰਤ। ਵੀ ਕਰੋੜਾਂ ਹੀ ਇੱਦਾਂ ਦੇ ਮਨਮੁਖ ਹੋ ਜਾਣ, ਫਿਰ ਵੀ ਉਹਦੇ ਸੁਭਾਅ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਵੀ ਉਹ ਜਿਹੜਾ ਆਪਦਾ ਸੁਭਾਅ ਪਰਉਪਕਾਰ ਵਾਲਾ, ਉਹ ਨਹੀਂ ਉਹ ਬਦਲ ਲੈਂਦਾ। ਜਿਵੇਂ ਚੰਦਨ ਦਾ ਰੁੱਖ ਹੈ ਠੰਡਾ, ਸੱਪ ਉਹਦੇ ਨਾਲ ਆ ਕੇ ਲਪੇਟੇ ਮਾਰ ਲੈਂਦੇ, ਸੱਪ ਦੇ ਅੰਦਰ ਜ਼ਹਿਰ ਹੈ, ਪਰ ਫਿਰ ਵੀ ਉਹ ਉਹਨੂੰ ਵੀ ਠੰਡਕ ਦਿੰਦਾ, ਉਹਨੂੰ ਵੀ ਠੰਡਾ ਕਰਦਾ। ਉਹ ਆਪਦਾ ਸੁਭਾਅ ਨਹੀਂ ਬਦਲਦਾ ਚੰਦਨ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਹਰੀ ਦੇ ਸੰਤ, ਵੀ ਉਹਨਾਂ ਦਾ ਸੁਭਾਅ ਪਰਉਪਕਾਰ ਵਾਲਾ, ਵੀ ਉਹ ਪਰਉਪਕਾਰ ਹੀ ਕਰਦੇ, ਉਹ ਨਹੀਂ ਵੈਰ ਵਿਰੋਧ ਕਰਦੇ ਕਿਸੇ ਨਾਲ, ਚਾਹੇ ਉਹਨਾਂ ਦੇ ਨਾਲ ਜੀਵ ਕਰੀ ਜਾਣ। ਪਰ ਫਿਰ ਵੀ ਜੇ ਉਹਨਾਂ ਦੀ ਸ਼ਰਨ ਦੇ ਵਿੱਚ ਅਸੀਂ ਫਿਰ ਵੀ ਆ ਜਾਈਏ, ਸੰਗਤ ਦੇ ਵਿੱਚ ਆ ਜਾਈਏ, ਉਹ ਕੋਈ ਸਾਡੇ ਨਾਲ ਵਿਤਕਰਾ ਨਹੀਂ ਕਰਦੇ। ਵੀ ਉਹਨਾਂ ਦੇ ਮਨ ਦੇ ਵਿੱਚ ਇਹ ਨਹੀਂ ਹੁੰਦਾ ਵੀ ਇਹਨੇ ਮੇਰੇ ਨਾਲ ਇੱਦਾਂ ਕੀਤਾ, ਵੀ ਇਹਨੂੰ ਮੈਂ ਗਿਆਨ ਨਹੀਂ ਦੇਣਾ, ਜਾਂ ਇਹਨੂੰ ਮੈਂ ਸੋਝੀ ਨਹੀਂ ਦੇਣੀ, ਮੈਂ ਇਹਨੂੰ ਕਿਉਂ ਦੱਸਾਂ। ਉਹਨਾਂ ਦਾ ਸੁਭਾਅ ਹੈ ਪਰਉਪਕਾਰ ਵਾਲਾ। ਉਹਨਾਂ ਨੇ ਫਿਰ ਵੀ ਜੀਵ ਦੇ ਅੰਦਰ ਜ਼ਹਿਰ ਵੀ ਹੈ, ਉਹਨਾਂ ਨੇ ਉਹਦੇ 'ਤੇ ਵੀ ਪਰਉਪਕਾਰ ਹੀ ਕਰਨਾ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਿਹੜਾ ਹਰੀ ਦਾ ਜਨ, ਬਈ ਉਹ ਰਾਮ ਦੇ ਗੁਣ ਗਾਉਂਦਾ ਮਾਲਕ ਦੇ, ਚਾਹੇ ਉਹਦੀ ਜੀਵ ਨਿੰਦਿਆ ਵੀ ਕਰਨ, ਫਿਰ ਵੀ ਉਹ ਆਪਦਾ ਸੁਭਾਅ ਨਹੀਂ ਛੱਡਦਾ, ਸਹਿਜ ਵਾਲਾ। ਮਹਾਰਾਜ ਇਸ ਲਈ ਫਰਮਾਉਂਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਸੋ ਆਪਣਾ ਗੁਣ ਨਾ ਗਵਾਵੇ। ਵੀ ਉਹ ਆਪਦਾ ਸਹਿਜ ਵਾਲਾ ਜਾਂ ਪਰਉਪਕਾਰ ਵਾਲਾ ਗੁਣ ਨਹੀਂ ਉਹ ਗਵਾ ਲੈਂਦਾ ਕਿਸੇ ਦੇ ਪਿੱਛੇ ਲੱਗ ਕੇ। ਬਈ ਜਾ ਉਹ ਆਖਦਾ ਵੀ ਮੇਰੇ ਨਾਲ ਵੈਰ ਵਿਰੋਧ ਕਰਦੇ, ਤੇ ਅੱਗਿਓਂ ਉਹ ਵੀ ਕਰਨਾ ਸ਼ੁਰੂ ਕਰ ਦੇਵੇ, ਉਹ ਇੱਦਾਂ ਨਹੀਂ ਕਰਦਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਉਹਨਾਂ ਸੰਤਾਂ ਦੀ ਜਿਹੜੇ ਐਸੇ ਵੀ ਉਹਨਾਂ ਦੀ ਨਿੰਦਿਆ ਨਾ ਕਰ। ਜੇ ਅਸੀਂ ਕਰਾਂਗੇ ਤੇ ਸਾਨੂੰ ਹੀ ਦੁੱਖ ਮਿਲਣਾ, ਸਾਡੇ ਮਨ ਹੀ ਅਸ਼ਾਂਤ ਹੋਣਾ। ਕਿਉਂਕਿ ਉਹਨਾਂ ਨੇ ਤਾਂ ਸਾਡੇ 'ਤੇ ਪਰਉਪਕਾਰ ਕਰਨਾ, ਉਹਨਾਂ ਨੇ ਤਾਂ ਸਾਨੂੰ ਦੱਸਣਾ
ਬਈ ਅਸੀਂ ਕਿਵੇਂ ਆਪਦੇ ਜੀਵਨ ਦਾ ਲਾਹਾ ਖੱਟਣਾ, ਅਸੀਂ ਕਾਹਦੇ ਵਾਸਤੇ ਸੰਸਾਰ 'ਚ ਆਏ, ਸਾਡਾ ਇੱਥੇ ਆਉਣ ਦਾ ਮਕਸਦ ਕੀ ਹੈ। ਹੁਣ ਤਾਈਆਂ ਮਾਰੇ ਕਹਿੰਦੇ ਵੀ ਸੰਤਾਂ ਦਾ ਸੰਗ ਕਰਕੇ ਤਾਂ ਅਸੀਂ ਤਰਨਾ ਹੁੰਦਾ, ਵੀ ਉਹਨਾਂ ਨੇ ਸਾਨੂੰ ਭੇਦ ਦੇਣਾ ਨਾਮ ਦਾ, ਸੱਚ ਦਾ। ਉਹਨਾਂ ਨੂੰ ਮਾਲਕ ਨੇ ਕੁੰਜੀ ਦਿੱਤੀ ਹੁੰਦੀ ਅਨਹਦ ਬਾਣੀ ਦੀ, ਵੀ ਜਿਹੜੀ ਅਨਹਦ ਬਾਣੀ ਸਾਡੇ ਅੰਦਰ ਗੁਪਤ ਹੈ, ਉਹਨਾਂ ਬਸ ਕੁੰਜੀ ਹੈ, ਜਦੋਂ ਕੁੰਜੀ ਲਾਉਂਦੇ ਤੇ ਉਹ ਪ੍ਰਗਟ ਹੋ ਜਾਂਦੀ। ਮਹਾਰਾਜ ਦਾਈਓ ਕਹਿੰਦੇ ਨਾ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਵੀ ਇਹ ਜਿਹੜੀ ਅਨਹਦ ਬਾਣੀ ਸਾਡੇ ਅੰਦਰ ਚੱਲਦੀ, ਇਹਦੀ ਜਿਹੜੀ ਕੁੰਜੀ ਉਹ ਸੰਤਾਂ ਕੋਲ ਹੈ, ਮਾਲਕ ਅਕਾਲ ਪੁਰਖ ਨੇ ਦਿੱਤੀ ਉਹਨਾਂ ਨੂੰ। ਹੁਣ ਉਹ ਕੁੰਜੀ ਜਦੋਂ ਲਾਉਣਗੇ ਤੇ ਸਾਡੇ ਅੰਦਰ ਅਨਹਦ ਬਾਜੇ ਵੱਜਣੇ ਸ਼ੁਰੂ ਹੋ ਜਾਣ, ਸਾਡੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਣ। ਹੁਣ ਜਦ ਉਹ ਕੁੰਜੀ ਲੱਗਦੀ ਨਹੀਂ, ਉਹਨਾਂ ਸਮਾਂ ਉਹ ਦਰ ਨਹੀਂ ਖੋਲ੍ਹਦਾ, ਅਤੇ ਦਰ ਨਹੀਂ ਖੋਲ੍ਹਦਾ ਅਤੇ ਸਾਨੂੰ ਸੁਣਾਈ ਨਹੀਂ ਦਿੰਦਾ ਕੁਛ ਵੀ। ਜਿਵੇਂ ਹੁਣ ਕੋਈ ਦਰਵਾਜ਼ਾ ਹੋਵੇ ਬੰਦ ਅਤੇ ਉਹਨੂੰ ਜਿੰਦਾ ਲੱਗਿਆ ਹੋਵੇ, ਅਤੇ ਜਿਹਦੇ ਕੋਲ ਉਹਦੀ ਚਾਬੀ ਹੈ ਉਹੀ ਖੋਲ੍ਹ ਸਕਦਾ। ਜਦ ਤੱਕ ਚਾਬੀ ਲੱਗਦੀ ਨਹੀਂ, ਉਹ ਜਿੰਦਰਾ ਖੋਲ੍ਹਦਾ ਨਹੀਂ, ਅਤੇ ਅਸੀਂ ਉਹ ਅੰਦਰ ਪ੍ਰਵੇਸ਼ ਨਹੀਂ ਹੋ ਸਕਦੇ, ਸਾਨੂੰ ਪਤਾ ਨਹੀਂ ਲੱਗਣਾ ਵੀ ਅੰਦਰ ਹੈ ਕੀ ਹੈ। ਔਰ ਇਸੇ ਤਰ੍ਹਾਂ ਹੀ ਜੋ ਕੁਝ ਵੀ ਹੈ ਉਹ ਸਾਡੇ ਘਰ ਦੇ ਵਿੱਚ ਹੀ ਹੈ, ਸਾਡੇ ਅੰਦਰ ਹੀ ਹੈ, ਬਾਹਰ ਨਹੀਂ ਹੈ। ਮਹਾਰਾਜ ਦਾਈਓ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਹੀ। ਹੁਣ ਅੰਦਰ ਜਾਣ ਵਾਸਤੇ ਦਰਵਾਜ਼ਾ ਬੰਦ, ਦਰ ਬੰਦ ਨਹੀਂ, ਜਿੰਦਰਾ ਲੱਗਿਆ ਹੋਇਆ। ਜਦ ਤੱਕ ਉਹ ਚਾਬੀ ਲੱਗਦੀ ਨਹੀਂ, ਅਸੀਂ ਅੰਦਰ ਪ੍ਰਵੇਸ਼ ਨਹੀਂ ਹੋ ਸਕਦੇ, ਅੰਦਰ ਵੜ ਨਹੀਂ ਸਕਦੇ। ਜਦ ਤੱਕ ਅੰਦਰ ਵੜਾਂਗੇ ਨਹੀਂ, ਸਾਨੂੰ ਪਤਾ ਨਹੀਂ ਲੱਗਣਾ ਵੀ ਸਾਡੇ ਅੰਦਰ ਹੈ ਕੀ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸੰਤ ਜਿਹੜੇ ਉਹ ਸਹਾਈ ਹੁੰਦੇ ਸਾਡੇ ਨਾਲ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਰਨ ਵਾਸਤੇ। ਮਹਾਰਾਜ ਇਸ ਲਈ ਫਰਮਾਉਂਦੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਬਈ ਸੰਤ ਨਾਲ ਸਹਾਈ ਹੁੰਦੇ, ਉਹ ਚਾਹੁਣ ਤੇ ਸਾਨੂੰ ਸਿੱਧਾ ਵੀ ਮਿਲਾ ਸਕਦੇ, ਕਿਉਂਕਿ ਜਿਹੜਾ ਆਪ ਮਿਲੇ ਉਹ ਮਿਲਾ ਵੀ ਸਕਦਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਉਹ ਸਿੱਧਾ ਮਿਲਾ ਤਾਂ ਸਕਦੇ, ਪਰ ਉਹ ਸਿੱਧਾ ਸਾਨੂੰ ਮਿਲਾਉਂਦੇ ਨਹੀਂ। ਜਿੱਥੇ ਤੱਕ ਉਹਨਾਂ ਨੂੰ ਅਖਤਿਆਰ, ਉੱਥੇ ਤੱਕ ਉਹ ਸਾਨੂੰ ਲੈ ਜਾਂਦੇ ਅਨਹਦ ਬਾਣੀ ਤੱਕ। ਇਸ ਤੋਂ ਅਗਲੀ ਜਿਹੜੀ ਕੁੰਜੀ ਉਹ ਗੁਰੂ ਪਾਸ, ਗੁਰੂ ਦਾ ਖਿਤਾਬ ਦਿੱਤਾ ਪੰਜਾਂ ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉਹ ਜਿਹੜੀ ਕੁੰਜੀ ਉਹ ਗੁਰੂ ਦੇ ਹੱਥ ਸੌਂਪੀ। ਜਦ ਤੱਕ ਗੁਰੂ ਉਹ ਕੁੰਜੀ ਨਹੀਂ ਲਾਉਂਦਾ, ਉਹਨਾਂ ਸਮਾਂ ਅਸੀਂ ਉਸ ਤੋਂ ਅੱਗੇ ਨਹੀਂ ਜਾ ਸਕਦੇ। ਮਹਾਰਾਜ ਕਹਿੰਦੇ ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਕੜੇ ਅਵਰ ਨਾ ਕੁੰਜੀ ਹੱਥ। ਬਈ ਗੁਰੂ ਤੋਂ ਬਿਨਾਂ ਇਹ ਹੋਰ ਕਿਸੇ ਦੇ ਹੱਥ ਨਹੀਂ ਕੁੰਜੀ। ਉਹ ਫਿਰ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਂਦੇ, ਉਹ ਗੁਰੂ ਨੇ ਸਾਨੂੰ ਅੱਗੇ ਸਤਿਗੁਰੂ ਦੇ ਸਨਮੁਖ ਕਰਨਾ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਕਰਨਾ ਸਾਨੂੰ ਗੁਰੂ ਨੇ ਸਾਨੂੰ ਸ਼ਬਦ ਗੁਰੂ ਨਾਦ ਦੇ ਨਾਲ ਜੋੜਨਾ, ਸਾਡੀ ਟੁੱਟੀ ਹੋਈ ਗੰਢਣੀ। ਗੁਰੂ ਨੇ ਸਾਡਾ ਜਨਮ ਜਿਹੜਾ ਉਹ ਆਨੰਦਪੁਰੀ ਦੇ ਵਿੱਚ ਕਰਾਉਣਾ, ਸ਼ੈਪੁਰੀ ਦੇ ਵਿੱਚ, ਜਿਹਨੂੰ 10ਵਾਂ ਦਵਾਰ ਨਿਜ ਮਹਿਲ ਕਹਿੰਦੇ। ਮਹਾਰਾਜ ਕਹਿੰਦੇ ਗੁਰ ਪ੍ਰਸ਼ਾਦੀ ਸ਼ਿਵ ਘਰ ਜੰਮੇ, ਵਿੱਚੋਂ ਸ਼ਕਤ ਗਵਾਏ, ਸ਼ਕਤ ਗਈ ਭਰਮ ਕੱਟਿਆ, ਸ਼ਿਵ ਜੋਤ ਜਗਾਏ। ਵੀ ਗੁਰੂ ਦੀ ਕਿਰਪਾ ਦੁਆਰਾ ਸਾਡੇ ਮਨ ਦਾ ਜਨਮ, ਗੁਰੂ ਸਾਨੂੰ ਇਹ ਮਾਇਆ ਦੇ ਗਰਭ ਦੇ ਵਿੱਚੋਂ ਕੱਢ ਕੇ ਸਾਡਾ ਜਨਮ ਨਿਜ ਘਰ ਦੇ ਵਿੱਚ ਕਰਾ ਦਿੰਦੇ, ਨਿਜ ਮਹਿਲ ਦੇ ਵਿੱਚ, ਜਿਹਨੂੰ ਸ਼ੈਪੁਰੀ ਕਹਿੰਦੇ। ਸ਼ਿਵ ਕਹਿੰਦੇ ਮਾਲਕ ਨੂੰ, ਅਤੇ ਉਹਨੂੰ ਸ਼ੈਪੁਰੀ ਦਾ ਨਾਮ ਦੇ ਦਿੱਤਾ। ਹੁਣ ਇੱਥੇ ਜਾ ਕੇ ਹੀ ਸ਼ੈਪੁਰੀ ਦੇ ਵਿੱਚ, ਆਨੰਦਪੁਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੇ ਅੱਗੇ
ਆਤਮ ਰਾਮ ਦੇ ਅੱਗੇ ਬੇਨਤੀ ਕਰਦੇ, ਦੇਸ਼ ਬਾਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰ। ਇੱਥੇ ਸ਼ੈਫਰ ਮਾਲਕ ਨੂੰ ਕਹਿ ਦਿੱਤਾ, ਉਹਨੂੰ ਬੇਨਤੀ ਕਰਤੀ। ਅਤੇ ਮਹਾਰਾਜ ਕਹਿੰਦੇ ਸ਼ੈਵਪੁਰੀ 'ਚ ਕਿਵੇਂ ਸਾਡਾ ਜਨਮ ਹੁੰਦਾ? ਇਹਦੇ ਗੁਰ ਪ੍ਰਸ਼ਾਦੀ ਸ਼ਿਵ ਘਰ ਜੰਮੇ। ਵੀ ਗੁਰੂ ਦੀ ਕਿਰਪਾ ਦੁਆਰਾ ਸਾਡਾ ਜਨਮ ਸੀ ਜਿਹੜਾ ਉਹ ਸ਼ਿਵ ਘਰ ਹੋ ਗਈ, ਨਿਜ ਮਹਿਲ ਦੇ ਵਿੱਚ, ਫਿਰ ਘਰ ਦੇ ਵਿੱਚ। ਪਹਿਲਾਂ ਅਸੀਂ ਇਹ ਮਾਇਆ ਦੇ ਗਰਭ ਦੇ ਵਿੱਚ ਹੁੰਦੇ ਸੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਗੁਰੂ ਦੇ ਕੋਲ ਕੁੰਜੀ ਹੈ। ਜਦੋਂ ਗੁਰੀ ਕੁੰਜੀ ਲਾਉਂਦੇ ਫਿਰ ਉਹ ਮਾਇਆ ਦੇ ਗਰਭ ਦੇ ਵਿੱਚੋਂ ਸਾਨੂੰ ਕੱਢ ਕੇ ਸਾਡਾ ਜਨਮ ਉੱਥੇ ਕਰਾ ਦਿੰਦੇ ਸੀ, ਨਿਜ ਮਹਿਲ ਦੇ ਵਿੱਚ। ਉਸ ਦਿਨ ਤੋਂ ਫਿਰ ਸਾਡਾ ਜੀਵਨ ਜਿਹੜਾ ਉਹ ਗਿਣਤੀ ਵਿੱਚ ਆਉਂਦਾ। ਜਦੋਂ ਅਸੀਂ ਪਰਮਾਤਮਾ ਨੂੰ ਦੇਖ ਲੈਂਦੇ ਹਾਂ, ਸਾਡੀ ਟੁੱਟੀ ਹੋਈ ਗੰਢੀ ਜਾਂਦੀ ਨਾਮ ਦੇ ਨਾਲ। ਮਹਾਰਾਜ ਫਰਮਾਉਂਦੇ ਜੀਵਨ ਤੋ ਗਣੀਏ ਜਾਂ ਹਰ ਪੇਖਾਂ। ਵੀ ਜਦੋਂ ਅਸੀਂ ਪਰਮਾਤਮਾ ਨੂੰ ਦੇਖ ਲਿਆ ਫਿਰ ਸਾਡਾ ਜੀਵਨ ਗਿਣਤੀ 'ਚ ਆਉਣਾ। ਉਹਦਾ ਤਾਂ ਚਾਹੇ ਸਾਡੀ ਸੰਸਾਰੀ ਤੌਰ 'ਤੇ ਉਮਰ 100 ਸਾਲ ਵੀ ਹੋ ਜੀ, ਆਵਾ ਖਾਂਦੇ ਪਹਿਨਦੇ ਹਟਾਉਂਦੇ ਰਹੀਏ, ਪਰ ਸਾਡਾ ਜੀਵਨ ਉਸ ਦਿਨ ਗਿਣਿਆ ਜਾਣਾ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਸਾਡਾ ਸ਼ੈਵਪੁਰੀ 'ਚ ਜਨਮ ਹੋ ਗਈ। ਮਹਾਰਾਜ ਕਹਿੰਦੇ ਜੇ 100 ਵਰ੍ਹਿਆਂ ਜੀਵਨ ਖਾਣ, ਖਸਮ ਪਛਾਣੇ ਸੋ ਦਿਨ ਪ੍ਰਵਾਨ। ਬਈ ਉਹਦਾ ਤਾਂ ਚਾਹੇ ਅਸੀਂ 100 ਸਾਲ ਵੀ ਜਿਉਂਦੇ ਰਹੀਏ, ਪਰ ਪ੍ਰਵਾਨ ਉਸ ਦਿਨ ਹੋਣਾ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਆਪਦੇ ਪਤੀ ਪਰਮੇਸ਼ਰ ਦੀ ਪਹਿਚਾਣ ਕਰ ਲਈ। ਜਦੋਂ ਅਸੀਂ ਆਪਦੇ ਘਰ ਚਲੇ ਗਏ ਫਿਰ ਅਸੀਂ ਪ੍ਰਵਾਨ ਹੁੰਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਰਾ ਭੇਤ ਸਾਨੂੰ ਸੰਤਾਂ ਨਹੀਂ ਦੇਣਾ ਹੁੰਦਾ। ਉਹਨਾਂ ਨੇ ਸਾਨੂੰ ਇਹ ਸਿਮਰਨ ਅਭਿਆਸ ਕਰਾ ਕੇ ਇਸ ਅਵਸਥਾ ਤੱਕ ਲੈ ਕੇ ਜਾਣਾ ਵੀ ਅਸੀਂ ਗੁਰੂ ਵਾਲੇ ਬਣੀਏ। ਇਹ ਗੁਰੂ ਦੀ ਸ਼ਰਨ 'ਚ ਜਾ ਕੇ ਅਸੀਂ ਸਤਿਗੁਰਾਂ ਦੇ ਸਨਮੁਖ ਹੋਈਏ ਤਾਂ ਕਿ ਸਾਡੇ ਮਨ ਦਾ ਜਨਮ ਹੋਵੇ, ਅਸੀਂ ਆਪਦੇ ਘਰ ਜਾਈਏ ਅਤੇ ਆਪਦੇ ਜੀਵਨ ਦਾ ਲਾਹਾ ਖੱਟੀਏ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਡੇ ਜੀਵਨ ਦਾ ਮਕਸਦ ਸਭ ਦਾ ਇੱਕੋ ਹੀ ਹੈ। ਬਈ ਮਾਲਕ ਪਰਮਾਤਮਾ ਨੂੰ ਹੁਣ ਅਸੀਂ ਮਿਲਣਾ, ਉਹਦੇ ਵਾਸਤੇ ਸਾਨੂੰ ਇਹ ਵਾਰੀ ਮਿਲੀ। ਤਾਂ ਫਿਰ ਸਾਨੂੰ ਕਹਿੰਦੇ ਵੀ ਹੁਣ ਮੌਕਾ, ਹੁਣ ਵੇਲਾ ਹੈ, ਬਈ ਹੁਣ ਤੁਸੀਂ ਮਿਲ ਸਕਦੇ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਹੀ, ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੀ। ਬਈ ਹੁਣੀ ਵੇਲਾ, ਹੁਣੀ ਮੌਕਾ, ਹੁਣ ਤੂੰ ਮਿਲ ਸਕਦਾ। ਇਹ ਮਿਲਣ ਵਾਸਤੇ ਸਾਨੂੰ ਕਹਿੰਦੇ ਵੀ ਸਿਮਰਨ ਕਰੋ। ਸਿਮਰਨ ਕਰਕੇ ਵਿਚਾਰਾਂ ਨੂੰ, ਫੁਰਨਿਆਂ ਨੂੰ ਰੋਕੋ। ਜਦੋਂ ਇਹ ਵਿਚਾਰ ਫੁਰਨੇ ਰੁਕਣਗੇ ਫਿਰ ਹੀ ਅਸੀਂ ਆਪਦੇ ਘਰ ਜਾ ਸਕਦੇ, ਕਿਉਂਕਿ ਇਹ ਵਿਚਾਰ ਹੀ ਕੂੜ ਦੀ ਪਾਲ ਹੈ। ਇਹਨਾਂ ਵਿਚਾਰਾਂ ਨੂੰ ਹੀ ਭਰਮ ਦਾ ਪੜਦਾ ਅਤੇ ਕਾਲ ਦਾ ਜਾਲ ਕਹਿੰਦੇ। ਜੋ ਮਹਾਰਾਜ ਆਪਾਂ ਨੂੰ ਰੋਜ਼ ਫਰਮਾਉਂਦੇ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਹੁਣ ਇਹ ਕੂੜ ਦੀ ਪਾਲ ਨੂੰ ਤੋੜਨ ਵਾਸਤੇ ਗੁਰੂ ਦਾ ਸ਼ਬਦ ਹੈ ਜਿਹੜਾ ਇਹ ਬਾਣ ਹੈ। ਜਦੋਂ ਅਸੀਂ ਇਹ ਬਾਣ ਮਾਰਾਂਗੇ ਫਿਰ ਇਹ ਦੀਵਾਰ ਟੁੱਟੇਗੀ। ਜਦੋਂ ਇਹ ਦੀਵਾਰ ਟੁੱਟ ਗਈ ਸਾਡੇ ਮਨ ਦਾ ਵਾਸਾ ਸ਼ਿਵ ਘਰ ਹੋ ਜਾਣਾ। ਸਾਡੇ ਮਨ ਦਾ ਵਾਸਾ ਆਪਣਾ ਘਰ ਹੋ ਜਾਣਾ ਨਿਜ ਮਹਿਲ ਦੇ ਵਿੱਚ। ਮਹਾਰਾਜ ਇਸ ਲਈ ਫਰਮਾਉਂਦੇ, ਗੁਰ ਕੇ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ, ਸਖਤ ਅੰਧੇਰ ਜੀਵੜੀ ਭਰਮ ਚੁਕਾ, ਨਿਸ਼ਚਲ ਸ਼ਿਵ ਘਰ ਵਾਸਾ। ਵੀ ਸਾਡਾ ਵਾਸਾ ਨਿਸ਼ਚਲ ਸਾਡੇ ਘਰ 'ਚ ਹੋ ਜਾਣਾ ਜਦੋਂ ਅਸੀਂ ਇਹ ਦੀਵਾਰ ਨੂੰ ਤੋੜ ਦਾਂਗੇ। ਆਹੋ ਹੁਣ ਕਿਵੇਂ ਇਹ ਦੀਵਾਰ ਨੇ ਟੁੱਟਣਾ, ਉਹਦੇ ਵਾਸਤੇ ਜੋ ਮਹਾਰਾਜ ਸਾਨੂੰ ਇਸ ਵਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਦੇ, ਬਹਿੰਦੇ ਉੱਠਦੇ ਕੰਮਕਾਰ ਕਰਦੇ, ਫਿਰ ਇਹ ਜਿਹੜੀ ਕੂਟ ਦੀ ਪਾਲ ਇਹ ਦੀਵਾਰ ਫਿਰ ਇਹ ਟੁੱਟਦੀ। ਜਦੋਂ ਇਹ ਦੀਵਾਰ ਟੁੱਟ ਜੇਗੀ, ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਏਗਾ। ਫਿਰ ਅਸੀਂ ਮਾਲਕ ਦੀ ਸ਼ਰਨ ਦੇ ਵਿੱਚ ਬੈਠ ਜਾਵਾਂਗੇ। ਜਦੋਂ ਵਿਚਾਰ ਬਿਲਕੁਲ ਖਤਮ ਹੋ ਗਏ, ਫਿਰ ਤਾਂ ਉਹਦੀ ਸ਼ਰਨ 'ਚ ਬੈਠਣਾ ਹੀ ਹੁੰਦਾ ਸੀ ਮਾਲਕ ਦੀ। ਜਦੋਂ ਅਸੀਂ ਉਹਦੀ ਸ਼ਰਨ 'ਚ ਬੈਠ ਜਾਵਾਂਗੇ, ਫਿਰ ਨਾਮ ਨੇ ਵੀ ਪ੍ਰਗਟ ਹੋਣਾ ਸਾਡੇ ਅੰਦਰ, ਫਿਰ ਸੱਚ ਨੇ ਵੀ ਪ੍ਰਗਟ ਹੋਣਾ ਹੁੰਦਾ। ਸੋ ਇਸ ਵਾਸਤੇ ਹੁਣ ਸਭ ਤੋਂ ਵੱਡੀ ਜਿਹੜੀ ਰੁਕਾਵਟ ਇਹ ਦੀਵਾਰ ਹੀ ਹੈ ਵਿਚਾਰਾਂ ਦੀ। ਇਹਨੂੰ ਤੋੜਨਾ, ਇਹਨੂੰ ਤੋੜਨ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਬਹਿੰਦੇ ਉੱਠਦੇ ਕੰਮਕਾਰ ਕਰਦੇ ਚੱਲਦੇ ਫਿਰਦੇ ਇਹ ਅਸੀਂ ਸੁਭਾਅ ਬਣਾ ਲੈਣਾ ਹੁੰਦਾ ਵੀ ਇਹ ਸਾਨੂੰ ਸਿਮਰਨ ਵਿਸਰੇ। ਅਤੇ ਜਦੋਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸਹਿਜ ਦੇ ਨਾਲ ਵਿਚਾਰਨਾ ਖੋਜਣਾ ਵੀ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਇਹ ਆਪਾਂ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਦੇ ਹਾਂ, ਉਨਾ ਹੀ ਆਪਾਂ ਨੂੰ ਲਾਹਾ ਹੁੰਦਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਜੋ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਸਾਨੂੰ ਸਮਝ ਲੱਗ ਜੇ ਵੀ ਸਾਨੂੰ ਸਤਿਗੁਰੂ ਕਹਿਣਾ ਕੀ ਚਾਹੁੰਦੇ ਸੀ।
ਅਸਲ ਅਸੀਂ ਗੁਰਬਾਣੀ ਗੁਰੂ ਨੂੰ ਕਾਹਦੇ ਵਾਸਤੇ ਪੜ੍ਹਨਾ, ਜਾਂ ਅਸੀਂ ਸੰਗਤ ਕਰਦੇ ਹਾਂ ਕਾਹਦੇ ਵਾਸਤੇ ਸੰਗਤ ਕਰਨੀ ਹੈ, ਗੁਰੂ ਘਰ ਆਉਂਦੇ ਕਾਹਦੇ ਵਾਸਤੇ ਗੁਰੂ ਘਰ ਆਉਣਾ, ਇਹ ਸਾਨੂੰ ਸਮਝ ਲੱਗ ਜੀ। ਆ ਕੇ ਅਸੀਂ ਇਹ ਸਮਝ ਕੇ ਜੋ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਉਹ ਉਪਦੇਸ਼ ਨੂੰ ਕਮਾ ਕੇ ਮੰਨ ਕੇ ਆਪਦੇ ਜੀਵਨ ਦਾ ਲਾਹਾ ਕੱਟ ਸਕੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।